ਅਨ ਕਾਏ ਰਾਤੜਿਆ ਬਾਟ ਦੁਹੇਲੀ RAM। ਪਾਪ ਕਮਾਮਦਿਆਂ ਤੇਰਾ ਕੋਈ ਨਾ ਬੇਲੀ RAM। ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ। ਗੁਣ ਗੋਪਾਲ ਨਾ ਜਪੈ ਰਸਨਾ ਫਿਰ ਕਦੋਂ ਸੇ ਦੇਹ ਆਵੇ। ਤਰਵਰ ਬਿਛੁਨੇ ਨਹਿ ਪਾਤ ਜੁੜਤੇ ਜਮਗ ਗੌਨ ਇਕੇਲੀ। ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ। ਇਹ ਸਾਚਾ ਸੋਹਿਲਾ ਸਾਚੈ ਘਰ ਗਾਵੋ। ਗਾਵੋ ਤਾਂ ਸੋਹਿਲਾ ਕਰ ਸਾਚੈ ਜਿੱਥੈ ਸਦਾ ਸੱਚ ਧਿਆਵਹਿ। ਸੱਚੋ ਧਿਆਵੈ ਜਾਂ ਤੁਧ ਭਾਵੈ ਗੁਰਮੁਖ ਜਿਨਾ ਬੁਝਾਵਹਿ। ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ। ਕਹੈ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵਹਿ। ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਧੰਨ ਧੰਨ ਸਾਧ ਸੰਗਤ ਗੁਰੂ ਖਾਲਸਾ ਅਤੇ ਗੁਰਬਾਣੀ ਵਿਚਾਰ ਦੇ ਪਤਵੰਤੇ ਸਤਵੰਤੇ ਗੁਰਮੁਖੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਚਰਨਾਂ ਵਿੱਚ ਪ੍ਰਣਾਮ। ਅੱਜ ਦੀ ਵਿਚਾਰ ਸਮਾਪਤੀ ਵੱਲ ਵੱਧ ਰਹੀ ਹੈ। ਵਿਚਾਰ ਸਮਾਪਤ ਹੋ ਜਾਏਗੀ ਪਰ ਬਾਣੀ ਨਹੀਂ ਸਮਾਪਤ ਹੁੰਦੀ। ਬਾਣੀ ਅਟੱਲ ਹੈ ਜੁਗੋ ਜੁਗ। ਆਨੰਦ ਸਾਹਿਬ ਜੀ ਦੀ ਪਿਛਲੀਆਂ 2 ਪੌੜੀਆਂ ਦੀ ਵਿਚਾਰ ਅੱਜ ਆਪਣੀ ਹਕੀਰ ਬੁੱਧੀ ਦੁਆਰਾ ਹਾਜ਼ਰ ਹੈ। ਇਹ ਸਾਚਾ ਸੋਹਿਲਾ ਸਾਚੈ ਘਰ ਗਾਵੋ। ਇਹ ਭਾਈ ਜਨੋ, ਇਹ ਜਿਹੜਾ ਸੱਚਾ ਸੋਹਿਲਾ ਸੱਚਾ ਗੀਤ ਹੈ ਰੱਬ ਦਾ, ਇਹ ਸੱਚੇ ਘਰ ਚ ਗਾਓ। ਘਰ ਕਿਹੜਾ? ਹਿਰਦਾ। ਗਾਵੋ ਤਾਂ ਸੋਹਿਲਾ ਘਰ ਸਾਚੈ ਜਿੱਥੈ ਸਦਾ ਸੱਚ ਧਿਆਵਹਿ। ਸਾਧ ਸੰਗਤ ਜੀਓ, ਸਾਧ ਸੰਗਤ ਨੂੰ ਵੀ ਘਰ ਕਿਹਾ ਜਾਂਦਾ ਸੱਚ ਦਾ। ਉੱਥੇ ਵੀ ਇਹ ਸੋਹਿਲਾ ਗਾਇਆ ਜਾਂਦਾ। ਜਦੋਂ ਹਿਰਦਾ ਸਵੱਛ ਹੋ ਜਾਂਦਾ ਉੱਥੇ ਵੀ ਗਾਇਆ ਜਾਂਦਾ ਸੰਤ ਜਨਾਂ ਦੇ ਅੰਦਰ। ਤੋ ਭਾਈ ਸੱਚੇ ਘਰ 'ਚ ਇਹਨੂੰ ਗਾਓ ਜਿੱਥੇ ਹਮੇਸ਼ਾ ਹੀ ਸੱਚ ਵਰਤਦਾ ਹੈ। ਸਾਧ ਸੰਗਤ ਵਿੱਚ ਵੀ ਹਿਰਦੇ ਵਿੱਚ ਵੀ ਸੰਤਾਂ। ਸੱਚੋ ਧਿਆਵੈ ਜਾ ਤੁਧ ਭਾਵੈ ਗੁਰਮੁਖ ਜਿਨਾ ਬੁਝਾਵਹਿ। ਇਹ ਵਾਹਿਗੁਰੂ ਜੀ ਉਹ ਜਿਨ੍ਹਾਂ ਨੂੰ ਤੂੰ ਬੁਝਾ ਦਿੰਦਾ ਹੈ, ਜਿਨ੍ਹਾਂ ਨੂੰ ਇਹ ਬੁਝਾਰਤ ਦੀ ਸਮਝ ਆ ਜਾਂਦੀ ਹੈ ਤੇਰੇ ਹੁਕਮ ਨਾਲ, ਤੇਰੀ ਬਖਸ਼ਿਸ਼ ਨਾਲ, ਉਹੀ ਇਸ ਸੱਚੇ ਨੂੰ, ਉਹੀ ਤੈਨੂੰ ਸੱਚੇ ਨੂੰ ਧਿਆਉਂਦੇ ਆ ਔਰ ਗਾਉਂਦੇ ਆ। ਜਾਂ ਤੁਧ ਭਾਵੇਂ, ਜਿਹੜੇ ਤੈਨੂੰ ਭਾ ਜਾਂਦੇ, ਜਿਨ੍ਹਾਂ ਨੂੰ ਤੂੰ ਬੁਝਾ ਦਿੰਦਾ, ਉਹੀ ਇਸ ਸੋਹਲੇ ਨੂੰ, ਖੁਸ਼ੀ ਦੇ ਗੀਤ ਨੂੰ ਗਾਉਂਦੇ। ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ। ਇਹ ਜਿਹੜਾ ਹੱਕ ਹੈ, ਸੱਚ ਹੈ, ਇਹ ਸਭ ਦਾ ਖਸਮ ਹੈ। ਪਾਪ ਮੈਲ ਅੰਦਰੋਂ ਕੱਢ ਕੇ ਰੱਖ ਦਿੰਦਾ। ਸੱਚ ਸਭ ਨਾ ਹੋਏ ਦਾਰੂ ਪਾਪ ਕੱਢੈ ਧੋਏ। ਜਿਹਨੂੰ ਤੂੰ ਬਖਸ਼ਦਾ ਉਹੀ ਜਾਨੇ ਨੂੰ ਪਾਉਂਦਾ, ਨਹੀਂ ਤਾਂ ਹੋਰ ਨੂੰ ਕਿੱਥੇ ਪ੍ਰਾਪਤੀ ਹੁੰਦੀ ਸੱਚ ਦੀ। ਦੁਨਿਆਵੀ ਸੱਚ ਹੋ ਸਕਦਾ ਕਿਸੇ ਦੇ ਪੱਲੇ, ਪਰ ਉਹ ਹੋਰ ਚੀਜ਼ ਹੈ, ਉਹ ਬਹੁਤ ਛੋਟੀ ਚੀਜ਼ ਹੈ। ਆਮ ਸੰਸਾਰ ਨਾਲੋਂ ਬੇਸ਼ੱਕ ਉੱਚਾ ਹੁੰਦਾ ਜਿਹੜਾ ਦੁਨਿਆਵੀ ਸੱਚ ਵੀ ਹੁੰਦਾ, ਪਰ ਐਜ਼ ਕੰਪੇਅਰਡ ਵਿਦ ਦਰਗਾਹ ਦਾ ਸੱਚ ਉੱਥੇ ਉਹ ਬਹੁਤ ਹੌਲਾ ਔਰ ਓਛਾ ਹੁੰਦਾ। ਜਿਹੜਾ ਅਸਲੀ ਸੱਚ ਹੈ, ਗੰਭੀਰ ਸੱਚ ਹੈ,
ਡਿਵਾਈਨ ਸੱਚ ਹੈ, ਉਹ ਬੜਾ ਮੁਸ਼ਕਲ ਹੈ। ਉਹ ਤਾਂ ਕੋਈ ਸੰਤ ਜਨ ਕਰ ਸਕਦਾ। ਉਹ ਸੱਚ ਸਾਹਿਬਜ਼ਾਦੇ ਸੂਬੇ ਦੀ ਕਚਹਿਰੀ ਵਿੱਚ, ਜਿੱਥੇ ਸਾਰਾ ਹੀ ਪੱਤਾ ਪੱਤਾ ਬੈਰੀ ਹੈ, ਉੱਥੇ ਜਾ ਕੇ ਜੈਕਾਰਾ ਬੁਲਾਉਣਾ, ਸੱਚ ਦਾ ਹੋਕਾ ਦੇਣਾ ਔਰ ਸੂਬੇ ਨੂੰ ਜੁੱਤੀ ਦਿਖਾਉਣੀ, ਇਹ ਹਰ ਬੰਦਾ ਨਹੀਂ ਕਰ ਸਕਦਾ। ਇਹ ਜਿਹਦੇ ਉੱਤੇ ਬਖਸ਼ਿਸ਼ ਹੈ ਉਹੀ ਕਰ ਸਕਦਾ। ਤੋ ਆਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ। ਹੁਣ ਇਹ ਆਨੰਦ ਸਾਹਿਬ ਦੀ ਲਾਸਟ ਵਿਚਾਰ ਹੈ, ਲਾਸਟ ਪੌੜੀ ਹੈ। ਇਸ ਤੋਂ ਪਹਿਲੀ ਜਿਹੜੀ 39ਵੀਂ ਪੌੜੀ ਆਪਾਂ ਨੇ ਹੁਣੇ ਵਿਚਾਰੀ ਹੈ, ਇਹਦੇ ਬਾਰੇ 'ਚ ਇੱਕ ਰਵਾਇਤ ਚੱਲੀ ਆਉਂਦੀ ਹੈ ਵੀ ਇਹ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦੀ ਵਿਚਾਰੀ ਹੋਈ ਹੈ। ਪਰ ਸਾਧ ਸੰਗਤ ਜੀ, ਐਸਾ ਕੋਈ ਸੰਕੇਤ ਬਾਣੀ 'ਚ ਨਹੀਂ ਹੈ, ਇਹ ਕੇਵਲ ਮਨੌਤ ਹੈ। ਜੇ ਐਸੀ ਬਾਤ ਹੁੰਦੀ ਤਾਂ ਗੁਰੂ ਮਹਾਰਾਜ ਉੱਪਰ ਜ਼ਰੂਰ ਮਹੱਲਾ ਚੌਥਾ ਪਾਉਂਦੇ, ਐਸਾ ਨਹੀਂ ਹੈ। ਆਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ। ਆਨੰਦ ਸਾਹਿਬ ਦੀ ਬਾਣੀ ਸੁਣੋ, ਇਹ ਬੜ ਭਾਗਿਓ, ਸਾਰੇ ਮਨੋਰਥ ਪੂਰੇ ਕਰਦੀ ਹੈ ਇਹ। ਅਸਲੀ ਮਨੋਰਥ ਜਿਹਦਾ ਨਾਮ ਵਾਲਾ ਪੂਰਾ ਹੋ ਗਿਆ, ਉਹਨੂੰ ਸਾਰੇ ਪੂਰੇ ਹੋ ਜਾਂਦੇ ਉਹਦੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਜਦੋਂ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਸਾਰੇ ਦੁੱਖ ਝੋਰੇ ਦੂਰ ਹੋ ਜਾਂਦੇ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਜਿਹੜੇ ਅੰਦਰ ਦੇ ਸੰਤਾਪ ਹੈ, ਦੁੱਖ ਹੈ, ਝਰੇਵੇਂ ਹੈ, ਇਹ ਬਾਣੀ ਸੁਣ ਕੇ ਸਭ ਦੂਰ ਹੋ ਜਾਂਦੇ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੇ। ਸੰਤ ਸਾਜਨ ਜਿਹੜੇ ਮਹਾਂਪੁਰਸ਼ ਨੇ ਪਰਮਾਤਮਾ ਦੇ, ਉਹ ਇਹਦੇ ਨਾਲ ਸਰਸ਼ਾਰ ਹੋ ਜਾਂਦੇ, ਖੁਸ਼ ਹੋ ਜਾਂਦੇ, ਆਨੰਦ ਵਿੱਚ ਆ ਜਾਂਦੇ। ਔਰ ਇਹ ਪੂਰੇ ਗੁਰੂ ਤੇ ਜਾਣੀ ਜਾਂਦੀ ਹੈ। ਕਿਹੜੀ ਬਾਣੀ? ਨਾਮ ਵਾਲੀ। ਆਨੰਦ ਸਾਹਿਬ ਤੋਂ ਮੁਰਾਦ ਹੈ। ਇਹ ਜਿਹੜਾ ਸ਼ਬਦ ਸਰਸੇ ਆਇਆ ਸਾਧ ਸੰਗਤ ਜੀ, ਇਹਦੀ ਦੁਨਿਆਵੀ ਵਰਤੋਂ ਵੀ ਹੋ ਰਹੀ ਹੈ। ਕਿਸੇ ਡੇਰੇ ਨੇ ਦੇ ਜਿਹੜੇ ਪੈਰੋਕਾਰ ਹੈ, ਆਪਣੇ ਨਾਲ ਜੋੜਦੇ ਇਹਨੂੰ ਵੀ ਸੰਤ ਸਾਜਨ ਸਰਸੇ 'ਚ ਪ੍ਰਗਟ ਹੈ। ਇਹ ਬਿਲਕੁਲ ਖਾਮ ਖਿਆਲੀ ਹੈ, ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੀ ਗੱਲ ਹੈ। ਸਰਸਾ ਸ਼ਬਦ ਦਾ ਮਤਲਬ ਹੈ ਸ ਰਸੇ, ਸ ਰਸ, ਰਸ ਹੁੰਦਾ ਸ ਰਸ, ਪੂਰੇ ਰਸ ਨਾਲ ਭਰਿਆ ਹੋਇਆ। ਸਰਸੇ ਸ਼ਬਦ ਹੈ ਅਸਲ ਵਿੱਚ, ਇਹ ਪੜ੍ਹਦੇ ਹਾਂ ਆਪਾਂ ਸਰਸੇ। ਇਸ ਤਰ੍ਹਾਂ ਦੇ ਸ਼ਬਦ ਹੋਰ ਵੀ ਹੈ ਗੁਰਬਾਣੀ 'ਚ। ਜਪਜੀ ਸਾਹਿਬ ਜ਼ਿਕਰ ਆਉਂਦਾ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ। ਉਹ ਕਾਦੀਆਂ ਦੇ ਵਿੱਚ ਹੀ, ਉਹ ਵੀ ਇੱਕ ਫਿਰਕਾ ਹੈ ਧਾਰਮਿਕ ਮੁਸਲਮਾਨ ਭਰਾਵਾਂ ਦਾ, ਥੋੜ੍ਹੇ ਜਿਹੇ ਫਰਕ ਨਾਲ ਹੈ ਮੁਸਲਮਾਨਾਂ ਤੋਂ, ਇਸਲਾਮ ਤੋਂ, ਪਰ ਹੈ ਉਹ ਮੁਸਲਮਾਨ ਬੇਸਿਕਲੀ। ਉਹਦੇ ਨਾਲ ਵੀ ਜੋੜ ਕੇ ਦੇਖਦੇ ਵੀ ਕਾਦੀਆਂ ਨੂੰ ਵਕਤ ਨਾ ਪਾ ਦਿਓ ਕਿਤੇ, ਐਸੀ ਬਾਤ ਨਹੀਂ ਹੈ। ਉੱਥੇ ਕਾਦੀਆਂ ਦਾ ਮਤਲਬ ਕਾਜ਼ੀ ਹੈ। ਪੰਜਾਬੀ ਹਿੰਦੀ 'ਚ ਕਾਜ਼ੀ ਹੁੰਦਾ ਹੈ, ਫਾਰਸੀ ਔਰ ਅਰਬੀ ਦੇ ਵਿੱਚ ਕਾਦੀ ਬੋਲਿਆ ਜਾਂਦਾ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆਂ ਕਾਏ, ਗੁਰਬਾਣੀ 'ਚ ਆਉਂਦਾ। ਤੋ ਵਕਤ ਨਾ ਪਾਇਓ ਕਾਦੀਆਂ, ਉਹਨਾਂ ਕਾਜ਼ੀਆਂ ਨੂੰ ਵੀ ਵਕਤ ਦਾ ਪਤਾ ਹੀ ਨਹੀਂ ਲੱਗਿਆ ਜਦੋਂ ਸੰਸਾਰ ਦੀ ਰਚਨਾ ਹੋਈ ਹੈ। ਨਾ ਹੀ ਪੰਡਤਾਂ ਨੂੰ ਪਤਾ ਲੱਗਿਆ, ਜੇ ਕੋਈ ਹੁੰਦਾ ਤਾਂ ਇੱਕ ਅੱਧਾ ਪੁਰਾਣ ਲਿਖਿਆ ਵਾ ਹੁੰਦਾ ਵੀ ਕਦੋਂ ਧਰਤੀ ਪੈਦਾ ਹੋਈ ਹੈ। ਇਹ ਕਿਸੇ ਨੂੰ ਕੋਈ ਪਤਾ ਨਹੀਂ। ਜਾਂ ਕਰਤਾ ਸ੍ਰਿਸ਼ਟੀ ਕੋ ਸਾਜੈ, ਆਪੇ ਜਾਣੇ ਸੋਈ, ਉਹਨੂੰ ਆਪੇ ਪਤਾ ਜਦ ਇਹ ਬਣਾਈ ਹੈ। ਸੋ ਅਸੀਂ ਆਪਣੀ ਖਾਮ ਖਿਆਲੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ, ਇਹਨਾਂ ਸ਼ਬਦਾਂ ਨੂੰ ਆਪਣੇ ਹਿਸਾਬ ਨਾਲ ਇੰਟਰਪ੍ਰੇਟ ਕਰ ਲੈਂਦੇ। ਦਾਸ ਰਹੇ ਨੇ ਸੁਣਿਆ, ਇੱਕ ਬੀਬੀ ਕੋਈ ਪੰਜਾਬ ਦੀ ਉਹ ਸੀ, ਇਹਨਾਂ ਨਾਲ ਸੰਬੰਧਿਤ, ਇਹ ਜਿਹੜਾ ਕ੍ਰਿਸਚੈਨਿਟੀ ਹੈ, ਉਹ ਇੰਨੀ ਗੁਰਬਾਣੀ ਨੂੰ ਤੋੜ ਮਰੋੜ ਕੇ ਈਸਾ ਜੀ ਨਾਲ ਮਿਲਾ ਰਹੀ ਸੀਗੀ। ਸ਼ਰਮ ਆਉਂਦੀ ਸੀ ਅਸਲ 'ਚ ਵੀ ਇਹ ਕਿਆ ਕਰ ਰਹੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਾ ਭਰਪੂਰ। ਕਹਿਣੇ ਵਾਲੇ ਪਵਿੱਤਰ, ਸੁਣਨੇ ਵਾਲੇ ਪੁਨੀਤ। ਪੁਨੀਤ ਸੁਣਨ ਵਾਲੇ ਨਾਲੋਂ, ਪਵਿੱਤਰ ਨਾਲੋਂ ਵੀ ਚੰਗਾ ਹੋ ਜਾਂਦਾ। ਸਤਿਗੁਰ ਰਹਾ ਭਰਪੂਰ। ਸਾਧ ਸੰਗਤ ਜੀ, ਇੱਕ ਪਵਿੱਤਰ ਵਚਨ ਹੈ, ਕਹਿਤ ਸੁਨਤ ਸਭੇ ਸੁਖ ਪਾਵੈ, ਮਾਨਤ ਪਾਹੈ ਨਿਧਾਨਾ। ਕਹਿਣੇ ਸੁਣਨੇ ਵਾਲੇ ਵੀ ਪਵਿੱਤਰ ਹੋ ਜਾਂਦੇ ਆ, ਪਰ ਜੇ ਖਜ਼ਾਨਾ ਪਾਉਣਾ ਹੈ ਨਾਮ ਦਾ, ਫਿਰ ਮੰਨਣਾ ਪਊਗਾ। ਕਹਿਣੇ ਸੁਣਨੇ ਵਾਲੀਆਂ ਪਹਿਲੀਆਂ ਸਟੇਜਾਂ, ਮੰਨਣ ਨਾਲ ਪ੍ਰਾਪਤੀ ਹੋਣੀ। ਸਤਿਗੁਰ ਰਿਹਾ ਭਰਪੂਰ। ਸਤਿਗੁਰੂ ਹਮੇਸ਼ਾ ਹੀ ਭਰਪੂਰ ਹੈ, ਹਰ ਵਕਤ ਵਿਆਪਕ ਹੈ, ਅੰਗ ਸੰਗ ਹੈ। ਤੋ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਅੰਦਰੇ ਵਸਦਾ ਸਤਿਗੁਰ, ਕੋਈ ਦੂਰ ਨਹੀਂ ਹੈ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਗੁਰੂ ਅਮਰਦਾਸ ਜੀ ਮਹਾਰਾਜ ਬੇਨਤੀ ਕਰ ਰਹੇ ਹੈ ਬਈ ਗੁਰੂ ਦੇ ਚਰਨ ਲੱਗਣ ਤੋਂ
ਗੁਰੂ ਦੀ ਭੇਂਟ ਹੋਣ ਤੋਂ ਮੁਰਾਦ ਹੈ। ਫਿਰ ਅੰਦਰ ਅਨਹਦ ਬਾਜੇ ਤੂਰੇ ਵੱਜ ਪੈਨੇ। ਅਨਹਦ ਬਾਜੇ ਤੂਰੇ ਸਾਧ ਸੰਗਤ ਜੀ ਪਹਿਲਾਂ ਵੀ ਵਿਚਾਰ ਹੋਈ ਹੈ। ਜਦੋਂ ਕਿਸੇ ਬੰਦੇ ਦੇ ਅੰਦਰ ਨਾਮ ਪੈਦਾ ਹੋ ਜਾਂਦਾ ਹੈ ਵਾਹਿਗੁਰੂ ਦਾ, ਸਪੋਂਟੇਨੀਅਸ, ਆਪਣੇ ਆਪ ਤੋਂ, ਝਰਨੇ ਦੀ ਤਰ੍ਹਾਂ, ਬਿਨਾਂ ਕਿਸੇ ਮਿਹਨਤ ਤੋਂ, ਬਿਨਾਂ ਕਿਸੇ ਘਾਲਣਾ ਤੋਂ, ਉਹ ਗੁਰੂ ਦੀ ਕਿਰਪਾ ਦੇ ਨਾਲ, ਉਹ ਫਿਰ ਜਦੋਂ ਸੰਗੀਤਕ ਹੁੰਦਾ ਹੈ, ਉਹਦੀ ਸ਼ਕਲ ਸੰਗੀਤਕ ਹੋ ਜਾਂਦੀ ਹੈ ਵਜਦ ਵਿੱਚ ਆ ਕੇ, ਉਹਨੂੰ ਕਹਿੰਦੇ ਆ ਫਿਰ ਵੀ ਅਨਹਦ ਨਾਚ ਚੱਲ ਪਿਆ, ਅਨਹਦ ਬਾਜਾ ਵੱਜ ਪਿਆ, ਤੂਰੇ ਵੱਜ ਪਏ, ਢੋਲ ਢਮੱਕੇ, ਟਰੰਪਟ ਔਰ ਨਗਾਰੇ, ਅਣਮੜਿਆ ਮੰਦਲ ਬਾਜੇ ਦਾ ਜ਼ਿਕਰ ਵੀ ਆਉਂਦਾ ਗੁਰਬਾਣੀ 'ਚ, ਰਾਮ ਬੇਣ ਦਾ ਜ਼ਿਕਰ ਵੀ ਆਉਂਦਾ, ਬੀਣਾ ਦਾ। ਤੋ ਇਹ ਕਿਸੇ ਨੂੰ, ਹਰ ਇੱਕ ਨੂੰ ਆਪਣਾ ਅਲੱਗ-ਅਲੱਗ ਤਰੀਕੇ ਨਾਲ ਉਹ ਸੰਗੀਤਕ ਸ਼ਕਲ ਹੋ ਜਾਂਦੀ ਹੈ ਅਨਹਦ ਦੀ। ਸੋ ਸਾਧ ਸੰਗਤ ਜੀ, ਇਹ ਤਾਂ ਸੀ ਅੱਜ ਦੀ ਵਿਚਾਰ। ਅੱਜ ਸਮਾਪਤੀ ਵੱਲ ਵੱਧ ਰਹੇ ਆਪਾਂ ਆਨੰਦ ਸਾਹਿਬ ਦੀ ਬਾਣੀ ਦੀ ਵਿਚਾਰ ਦੀ। ਥੋੜ੍ਹੀਆਂ ਜਿਹੀਆਂ ਵਿਚਾਰਾਂ ਹੋਰ ਵੀ ਕਰਨੀਆਂ। ਸਾਧ ਸੰਗਤ ਜੀ, ਉਹ ਕੱਲ੍ਹ ਵਿਚਾਰ ਆਈ ਸੀਗੀ 9 ਦਰਵਾਜ਼ਿਆਂ ਦੀ। ਦਰਵਾਜ਼ਿਆਂ ਦਾ ਵੀ ਜ਼ਿਕਰ ਹੈ, ਦਰਾਂ ਦਾ ਵੀ ਜ਼ਿਕਰ ਹੈ। ਦਰ ਹੁੰਦਾ ਹੈ ਜਿਹੜਾ ਖਾਲੀ ਜਗ੍ਹਾ ਹੁੰਦੀ ਹੈ, ਜਿੱਥੇ ਨੂੰ ਆਪਾਂ ਅੰਦਰ ਵੜਦੇ ਬਾਹਰ ਨਿਕਲਦੇ ਹਾਂ। ਜਿਹੜਾ ਉਹਦੇ ਉੱਪਰ ਲੋਹੇ ਜਾਂ ਲੱਕੜੀ ਦਾ ਲੱਗਿਆ ਵਾ ਹੁੰਦਾ, ਉਹਨੂੰ ਦਰਵਾਜ਼ਾ ਕਹਿੰਦੇ। ਇਹ ਦੋਹੇ ਰੂਪ ਆਉਂਦੇ ਗੁਰਬਾਣੀ 'ਚ। ਸੋ ਉਹ ਜਿਹੜੇ 9 ਦਰ ਹੈ, ਜਿੰਨਾ ਚਿਰ ਸਾਡੀ ਜਿਹੜੀ ਸੁਤਾ ਹੈ, ਸਾਡੀ ਜਿਹੜੀ ਸੁਰਤ ਹੈ, ਉਹ 9 ਦਰਵਾਜ਼ਿਆਂ 'ਚ ਘੁੰਮਦੀ ਹੈ, ਸਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਦੋਂ 10ਵੇਂ 'ਚ ਪ੍ਰਵੇਸ਼ ਕਰ ਜਾਈਦਾ ਹੈ, ਉਦੋਂ ਬ੍ਰਹਮ ਗਿਆਨ ਪ੍ਰਗਟ ਹੁੰਦਾ ਹੈ। ਉਹ ਹਉਮੈ ਟੁੱਟ ਕੇ ਹੁੰਦਾ ਹੈ ਸਾਰਾ ਕੁਛ। ਔਰ ਸਾਧ ਸੰਗਤ ਜੀ, ਉਹ ਕੁਛ ਇਹ ਵੀ ਖਿਆਲ ਹੈ, ਸੰਗਤ ਕਰਦੀ ਹੁੰਦੀ ਹੈ, ਦਾਸਰੇ ਦੇ ਵੀ ਕਿਸੇ ਟਾਈਮ, ਅੱਜ ਤੇ 30-40 ਸਾਲ ਪਹਿਲਾਂ ਸੀ ਵੀ ਸ਼ਾਇਦ ਕੋਈ ਅੰਦਰ ਦਰਵਾਜ਼ੇ ਲੱਗੇ ਹੋਏ ਹੋਣੇ, ਅੰਦਰ ਕੋਈ 10ਵਾਂ ਦੁਆਰ ਹੋਣਾ। ਨਹੀਂ ਸਾਧ ਸੰਗਤ ਜੀ, ਇਹ ਸਬਜੈਕਟਿਵ ਚੀਜ਼ਾਂ ਹੈ, ਆਬਜੈਕਟਿਵ ਕੁਛ ਵੀ ਨਹੀਂ ਹੈ। ਇਹ ਸਿਰਫ ਸੁਰਤ ਦੇ ਵਿੱਚ ਹੈ। ਹੁਣ ਦੇਖੋ, ਜਦੋਂ 10ਵਾਂ ਦੁਆਰ ਕਿਸੇ ਦਾ ਖੁੱਲ੍ਹਦਾ, ਉਹਦਾ ਮਤਲਬ ਕਿਆ ਹੈ? ਕੂੜ ਕੁਸੱਤ ਕਾਇਆ ਗੜ ਭੀਤਰ। ਇਹ ਜਿਹੜੇ ਦਰਵਾਜ਼ੇ ਹੈ, ਕੂੜ ਕੁਸੱਤ ਦੇ ਲੱਗੇ ਹੋਏ, ਝੂਠ ਦੇ, ਕਿ ਸਚਿਆਰਾ ਹੋਈ ਹੈ, ਕਿ ਕੂੜਾ ਟੁੱਟੇ ਪਾਲ। ਕੂੜ ਦੀ ਪਾਲ, ਕੋਈ ਕੰਧ ਨਹੀਂ ਹੈ ਅੰਦਰ ਬਣੀ ਹੋਈ, ਪਾਲ ਮੈਨੇ ਕੰਧ ਹੁੰਦਾ। ਇਹ ਸਬਜੈਕਟਿਵ ਚੀਜ਼ਾਂ ਹੈ। ਜਦ ਝੂਠ ਤੋਂ ਬੋਲਣੇ ਤੋਂ ਹਟ ਗਿਆ ਬੰਦਾ, ਉਦੋਂ ਇਹ ਪ੍ਰਾਪਤੀ ਹੋਣੀ ਹੈ। ਕੂੜ ਕੁਸੱਤ ਦੇ ਜਿਹੜੇ ਦਰਵਾਜ਼ੇ, ਜਦ ਉਹ ਟੁੱਟਣੇ, ਉਦੋਂ 10ਵਾਂ ਦੁਆਰ ਖੁੱਲ੍ਹਣਾ। ਤੋ ਬੱਜਰ ਕਪਾਟ ਕਾਇਆ ਗੜ ਭੀਤਰ, ਕੂੜ ਕੁਸੱਤ ਅਭਿਮਾਨੀ। ਇਸ ਤਰ੍ਹਾਂ ਹੈ ਸਹੀ ਉਚਾਰਨ ਇਹਦਾ। ਬੱਜਰ, ਪੱਥਰ ਦੇ ਦਰਵਾਜ਼ੇ, ਇਹ ਸਰੀਰ ਦੇ ਵਿੱਚ ਕਿਹੜੇ ਆ? ਉਹ ਕੂੜ ਕੁਸੱਤ, ਝੂਠ ਦੇ ਔਰ ਅਸੱਤ ਦੇ, ਅਭਿਮਾਨ ਦੇ। ਜਦੋਂ ਇਹ ਗੁਰੂ ਤੋੜ ਦਿੰਦਾ, ਕਿਸੇ ਦੇ 10ਵਾਂ ਦੁਆਰ ਖੁੱਲ੍ਹ ਜਾਂਦਾ। ਮਤਲਬ ਹੈ ਉਦੋਂ ਉਹਨੂੰ, ਉਹਦੀ ਚੇਤਨਾ ਉੱਪਰ ਚੜ੍ਹ ਜਾਂਦੀ ਹੈ, ਉਹਨੂੰ ਅੰਦਰ ਤੋਂ ਖਿਆਲ ਹੋ ਜਾਂਦਾ, ਉਹ ਇਨਵਰਡ ਹੋ ਜਾਂਦਾ, ਬਾਹਰ ਤੋਂ ਆਊਟਵਰਡ ਜਿਹੜੀ ਲੁੱਕ ਹੈ ਉਹ ਬਦਲ ਜਾਂਦੀ ਹੈ, ਇੱਕ ਦੇ ਨਾਲ ਜੁੜ ਜਾਂਦਾ, ਡੁਐਲਿਟੀ 'ਚੋਂ ਨਿਕਲ ਜਾਂਦਾ। ਉਹਦੀ ਜਿਹੜੀ ਸਾਰੀ ਸੋਚ ਹੈ, ਉਹ ਨੋਨ ਰਿਲੇਟਿਵ ਹੋ ਜਾਂਦੀ ਹੈ। ਵਿਵੇਕ ਵੀ ਔਰ ਨਿਰਮਲ ਭਉ ਵੀ ਔਰ ਬੈਰਾਗ, ਇਹ ਸਾਰੀਆਂ ਜਿਹੜੀਆਂ ਅੰਦਰ ਪੈਦਾ ਹੁੰਦੀਆਂ ਵਿਚਾਰ ਖਿਆਲ, ਇਹ ਸਾਰੇ ਨਾਨ ਰਿਲੇਟਿਵ ਬਣ ਜਾਂਦੇ। ਕਿਸੇ ਚੀਜ਼ ਨਾਲ ਇਹਨਾਂ ਦਾ ਤਾਲੁਕ ਨਹੀਂ ਰਹਿੰਦਾ ਵੀ ਜਿਵੇਂ ਡਰ ਕੇ ਕੋਈ ਬੰਦਾ ਹਟ ਜੇ ਜਾਂ ਜ਼ਿਆਦਾ ਕਰਨ ਲੱਗ ਜੇ, ਨਾਮ ਜਪਣ ਲੱਗ ਜਾਏ, ਐਸਾ ਕੁਛ ਨਹੀਂ ਹੁੰਦਾ ਉੱਥੇ। ਉਹ ਲਗਾਤਾਰ ਕੰਸਿਸਟੈਂਟਲੀ ਚੱਲੀ ਜਾਂਦਾ। ਇਹ ਉਹਦੀ ਮੌਜ ਹੈ। ਜਦੋਂ 9 ਨੂੰ ਆਪਾਂ ਦੁਨਿਆਵੀ ਤੌਰ 'ਤੇ ਵੀ ਦੇਖੀਏ, ਸਾਧ ਸੰਗਤ ਜੀ, ਉਹ ਧਿਆਨ ਨਾਲ ਸੁਣਿਓ ਬਾਤ। 9 ਨੂੰ ਜਿੰਨੇ ਮਰਜ਼ੀ ਅੰਕ ਨਾਲ ਗੁਣਾ ਕਰ ਲਓ, ਉੱਤਰ 9 ਹੀ ਆਉਣਾ ਜੋੜ ਦਾ। ਕਿਵੇਂ? 9 ਗੁਣਾ 1 ਬਰਾਬਰ ਹੈ 9, 9 ਗੁਣਾ 2 ਬਰਾਬਰ ਹੈ 18, 1 ਜਮਾ 8 9, 9 ਤੀਏ 27, 7 ਔਰ 2 9, 9 ਚੌਕਾ 36, 3 ਔਰ 6 9। ਜਿੰਨੇ ਮਰਜ਼ੀ ਕਰ ਲਓ, ਲੱਖਾਂ ਤੱਕ ਦੀ ਚਾਹੇ ਗੁਣਾ ਕਰ ਲਓ, ਉਹਨਾਂ ਦਾ ਜੋੜ ਹਮੇਸ਼ਾ 9 ਆਊਗਾ। ਇਹ ਬਿਲਕੁਲ ਪ੍ਰਮਾਣਿਤ ਗੱਲ ਹੈ ਵੀ 9 ਦਰਵਾਜ਼ਿਆਂ 'ਚ ਘੁੰਮਦੀ ਹੋਈ ਜਿਹੜੀ ਸੁਰਤ ਹੈ, ਉਹਨੇ 9 ਵਿੱਚ ਹੀ ਰਹਿਣਾ। ਜਿੰਨੇ ਮਰਜ਼ੀ ਪਖੰਡ ਕਰੀ ਜਾਓ, ਜਿੰਨੇ ਮਰਜ਼ੀ ਭੇਖ ਧਾਰੀ ਜਾਓ, ਕੁਛ ਵੀ ਬਾਹਰਲਾ ਕਰੀ ਜਾਓ, ਗੁਰੂ ਕਿਰਪਾ ਬਿਨਾਂ ਇਹ ਚੀਜ਼ ਹੋਣੀ ਨਹੀਂ।
ਇਹਨੇ 10ਵੇਂ 'ਚ ਪ੍ਰਵੇਸ਼ ਉਦੋਂ ਕਰਨਾ ਜਦੋਂ 9ਵਾਂ 'ਚੋਂ ਬਾਹਰ ਨਿਕਲੋਗੇ। ਬੜੀਆਂ ਬੜੀਆਂ ਰਕਮਾਂ ਵੀ ਗੁਣਾ ਕਰਕੇ ਦੇਖੀਆਂ ਦਾਸ ਨੇ। 135 ਨੂੰ 9 ਨਾਲ ਗੁਣਾ ਕਰ ਲਓ, 1125 ਆਊਗਾ। ਇਹਨਾਂ ਦਾ ਜੋੜ ਕਰ ਲਓ, 1125 1 1 2 4 + 5 9 ਬਣ ਗਿਆ। ਲੱਖਾਂ ਤੱਕ ਵੀ ਗੁਣਾ ਕਰਕੇ ਦੇਖੀਏ 9 ਨੂੰ, ਉਹ ਜਿਹੜੀ ਗੁਣਾ ਹੁੰਦੀ ਹੈ ਉਹਦੇ ਅੱਖਰਾਂ ਦਾ ਜੋੜ ਹਮੇਸ਼ਾ ਹੀ 9 ਰਹਿੰਦਾ। ਕਿਆ ਅਜੀਬ ਬਾਤ ਹੈ। ਤੋ ਇਹ ਬਿਲਕੁਲ ਰੂਹਾਨੀਅਤ 'ਚ ਵੀ ਗੱਲ ਲਾਗੂ ਹੁੰਦੀ ਹੈ। ਕੋਈ ਵੀ ਚੀਜ਼ ਜਿਹੜੀ 9 ਦੇ ਨਾਲ ਗੁਣਾ ਕਰੀ ਜਾਂਦੀ ਉਹਦਾ ਜਵਾਬ, ਜਿਹੜੀ ਅੰਕ ਆਉਂਦੇ ਗਿਣਤੀ, ਉਹਨਾਂ ਦਾ ਜੋੜ 9 ਹੁੰਦਾ ਹਮੇਸ਼ਾ ਵਾਸਤੇ। ਤੁਸੀਂ 365 ਨੂੰ 9 ਨਾਲ ਗੁਣਾ ਕਰਕੇ ਦੇਖੋ, 3285 ਆਉਂਦਾ। ਜੋੜ ਕਰ ਲਓ, 3 ਨਾਲ 2 5 ਔਰ 8 13 ਔਰ 5 18, 18 ਜੋੜ ਆ ਗਿਆ। 1 + 8 9 ਬਣ ਗਿਆ। ਸੋ ਇਹ ਕੁਦਰਤੀ ਬਾਤ ਹੈ, ਕੋਈ ਸੰਕੇਤ ਹੈ ਵੀ 9ਵਾਂ 'ਚੋਂ ਬਾਹਰ ਕੈਸੇ ਨਿਕਲਣਾ। ਜੇ 9ਵਾਂ 'ਚ ਫਿਰੀ ਜਾਓਗੇ, ਗੇੜਾ ਖਾਈ ਜਾਓਗੇ, ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹਦੇ 'ਚੋਂ ਬਾਹਰ ਨਿਕਲਣਾ ਹੀ ਪਊਗਾ। ਇਹ ਗੱਲ ਜੁਦੀ ਹੈ ਵੀ ਦੁਨੀਆ ਨੂੰ ਨਹੀਂ ਸਮਝ ਆਉਂਦੀ ਇਹਨਾਂ ਚੀਜ਼ਾਂ ਦੀ। ਦੁਨੀਆ ਨੂੰ ਤਾਂ ਜਿਹੜੇ ਜੋਗੀ ਬਣੇ ਫਿਰਦੇ ਸੀ ਉਹਨਾਂ ਨੂੰ ਪੰਜਵੇਂ ਪਾਤਸ਼ਾਹ ਦਾ ਨਹੀਂ ਪਤਾ ਲੱਗਿਆ ਵੀ ਇਹ ਕੈਸੀ ਸ਼ਖਸੀਅਤ ਹੈ। ਜਦੋਂ ਉਹ ਇੱਕ ਯੋਗੀ ਆਇਆ ਸੀ ਕਰਨਾਲ ਤੋਂ, ਦੇਖਿਆ ਵੀ ਇਹ ਤਾਂ ਕਹੀਆਂ ਵੰਡ ਰਹੇ, ਤਸਲੇ ਵੰਡ ਰਹੇ, ਪੈਸੇ ਦੇ ਰਹੇ ਕਿਸੇ ਨੂੰ ਦਿਹਾੜੀਆਂ ਦੇ, ਵੀ ਇਹ ਤਾਂ ਦੁਨੀਆਦਾਰ ਹੈ। ਜਦੋਂ ਗੁਰੂ ਜੀ ਨੇ ਸੁਨੇਹਾ ਭੇਜ ਕੇ ਬੁਲਾਇਆ ਵੀ ਜੋਗੀ ਜੀ ਸ਼ੰਕਾ ਨਾ ਕਰੋ, ਆ ਜਾਓ, ਪਹਿਲਾਂ ਨਾਓ ਧੋ, ਫਿਰ ਪ੍ਰਸ਼ਾਦਾ ਛਕਿਓ, ਫਿਰ ਬ੍ਰਹਮ ਗਿਆਨ ਦੀ ਬਾਤ ਕਰਾਂਗੇ। ਫਿਰ ਉਹਨੂੰ ਸਮਝ ਆਈ ਸੀ ਵੀ ਅਸਲ 'ਚ ਗੱਲ ਕਿਆ ਹੈ। ਬਾਹਰੋਂ ਹਉਮੈ ਕਹਿ ਕਹਾਏ, ਅੰਦਰੋਂ ਮੁਕਤ ਲੇਪ ਕਦੇ ਨਾ ਲਾਏ। ਸੰਤ ਜਿਹੜਾ ਗੁਰਬਾਣੀ ਦਾ ਹੈ, ਗੁਰਮਤਿ ਦਾ ਸੰਤ ਹੈ, ਉਹਦਾ ਨਹੀਂ ਪਤਾ ਲੱਗਦਾ, ਉਹ ਸੰਸਾਰੀ ਦਿਖਦਾ ਹੁੰਦਾ ਉੱਪਰੋਂ। ਜਦੋਂ ਅੰਦਰ ਤੋਂ ਦੇਖੀਏ ਤਾਂ ਉਹ ਬਿਲਕੁਲ ਅਲੱਗ ਹੁੰਦਾ ਹੈ। ਇਹੀ ਚੀਜ਼ ਦਾ ਫਰਕ ਹੈ ਜਿਹੜੀ ਸਾਡੀ ਪਹਿਲੇ ਸਨਾਤਨ ਧਰਮ ਦੇ ਜਿਹੜੇ ਸੰਤ ਸਾਧੂ ਹੋਏ ਆ ਉਹਨਾਂ ਦਾ ਤੇ ਜਿਹੜੇ ਸਿੱਖ ਸੰਤ ਹੈ ਉਹਨਾਂ ਦਾ ਜ਼ਮੀਨ ਅਸਮਾਨ ਦਾ ਅੰਤਰ ਹੈ। ਪਹਿਲੇ ਜਿਹੜੇ ਸੰਤ ਹੁੰਦੇ ਸੀ ਉਹ ਨੰਗੇ ਧੜੰਗੇ ਹੋਣਗੇ, ਜਾਂ ਧੋਤੀ, ਜਾਂ ਕੋਈ ਇੱਕ ਅੱਧਾ ਕੱਪੜੇ 'ਚ ਹੋਣਗੇ, ਔਰ ਕਮੰਡਲ ਪਕੜਿਆ ਹੋਊ, ਨਦੀਆਂ ਦੇ ਕੰਢੇ ਬੈਠੇ ਹੋਣਗੇ, ਐਸਾ ਕੁਛ। ਗੁਰਬਾਣੀ ਦਾ ਸੰਤ ਐਸਾ ਨਹੀਂ ਹੈ। ਉਹ ਹਲ ਵੀ ਵਾਹੁੰਦਾ ਹੋਊ, ਉਹ ਜੁੱਤੀਆਂ ਵੀ ਕੱਢਦਾ ਹੋਊ, ਉਹ ਖੱਡੀ ਦਾ ਕੰਮ ਵੀ ਕਰਦਾ ਹੋਊ, ਉਹ ਪੜ੍ਹਾਈ ਲਿਖਾਈ ਵੀ ਕਰਦਾ ਹੋਊ। ਤੋ ਗੁਰਮਤਿ ਦੇ ਸੰਤ ਦਾ ਔਰ ਦੂਜਿਆਂ ਸੰਤਾਂ ਦਾ ਬਹੁਤ ਫਰਕ ਹੈ। ਭਾਈ ਗੁਰਦਾਸ ਜੀ ਦਾ ਕਥਨ ਹੈ, ਜੈਸੇ ਕੁਲਾ ਵਧੂ ਅੰਗ ਖੋੜਸਾ ਸਿੰਗਾਰ ਰਚੇ, ਗਨ ਕਾ ਰਚਿਤ ਤੇਊ ਸਗਲ ਸਿੰਗਾਰ। ਜਿਵੇਂ ਘਰ ਦੀ ਸਵਾਣੀ 16 ਸਿੰਗਾਰ ਕਰਦੀ ਹੈ, ਉਸ ਤਰ੍ਹਾਂ ਗਨਕਾਂ ਵੀ ਕਰਦੀ ਹੈ। ਪਰ ਦੋਹਾਂ ਦੇ ਵਿੱਚ ਕਿੰਨਾ ਅੰਤਰ ਹੈ ਆਪ ਜੀ ਨੂੰ ਪਤਾ ਹੈ। ਬਹੂ ਦੀ ਸਭ ਸ਼ਲਾਘਾ ਕਰਦੇ ਆ ਵੀ ਸੋਹਣੀ ਹੈ, ਸੁਨੱਖੀ ਹੈ, ਹੋਣਹਾਰ ਹੈ, ਇਸ ਤਰ੍ਹਾਂ ਦੀ ਸ਼ਰਮ ਵੀ ਪੱਲੇ ਹੈ। ਤੇ ਗਨਕਾਂ ਦੇ ਬਾਰੇ 'ਚ ਕਿਆ ਸੋਚਦੇ ਆ, ਭਾਵੇਂ ਕਿ 16 ਸਿੰਗਾਰ ਕਰੀ ਉਹ ਵੀ ਬੈਠੀ ਹੁੰਦੀ ਹੈ। ਤੋ ਐਸੇ ਹੀ ਸਾਧ ਸੰਗਤ ਜੋ ਭਾਈ ਗੁਰਦਾਸ ਜੀ ਫਰਮਾ ਰਹੇ हैं, तैसे गुरसिखन को परम पवित्र माया, हवै दुखदायक दहत है संसार जी। बिल्कुल इसे तरह ਇਹ ਜਿਹੜੀ ਮਾਇਆ ਹੈ ਇਹ ਗੁਰਸਿੱਖਾਂ ਵਾਸਤੇ ਪਰਮ ਪਵਿੱਤਰ ਬਣ ਜਾਂਦੀ ਹੈ, ਕਿਉਂਕਿ ਇਹ ਤੋਂ ਕੰਮ ਲੈ ਕੇ ਕਿਸੇ ਦੀ ਮਦਦ ਕਰਕੇ ਉਹ ਬੰਦਾ ਪਰਮਾਤਮਾ ਦੀ ਪ੍ਰਾਪਤੀ ਵੱਲ ਵੱਧਦਾ ਹੈ। ਜਿਹਦੇ ਘਰ 'ਚ ਮਾਇਆ ਹੀ ਨਾ ਹੋਵੇ ਉਹਦੇ ਘਰ ਤੇ ਰਾਹੀ ਵੀ ਭੁੱਖਾ ਮੁੜ ਜਾਂਦਾ ਹੈ। ਗ੍ਰਹਿ ਸੋਭਾ ਜਾਂ ਕਹਿ ਰੇ ਨਾਹੇ, ਆਵਤ ਪਈਆ ਖੂਦੇ ਜਾਹੇ, ਕਬੀਰ ਜੀ ਦਾ ਬਚਨ ਹੈ। ਜਿਹਦੇ ਕੋਲ ਮਾਇਆ ਹੀ ਨਹੀਂ ਹੈ, ਆਪੇ ਭੁੱਖਾ ਨੰਗਾ, ਦੂਜੇ ਨੂੰ ਕਿਆ ਖਿਲਾਊਗਾ। ਸਿੱਖਾਂ ਨੂੰ ਇਸੀ ਕਰਕੇ ਦਾਤੇ ਬਣਾਇਆ ਗੁਰੂ ਸਾਹਿਬ ਨੇ, ਆਪ ਵੀ ਕਰੋ, ਦੂਜਿਆਂ ਨੂੰ ਵੀ ਵਿੱਚੋਂ ਦੇ ਦਿਓ। ਮਾਇਆ ਦੀ ਅਣਹੋਂਦ ਦੀ ਬਾਤ ਨਹੀਂ ਕਰਦੀ। ਮਾਇਆ ਨੂੰ ਕਿੱਥੇ ਛੱਡ ਦੋਗੇ, ਸਰੀਰ ਵੀ ਮਾਇਆ, ਕਿੱਥੇ ਛੱਡ ਦੋਗੇ, ਨਹੀਂ ਛੱਡੀ ਜਾ ਸਕਦੀ। ਅੱਖ ਨੱਕ ਕੰਨ ਸਭ ਮਾਇਆ ਹੈ। ਇਸ ਕਰਕੇ ਮਾਇਆ ਨੂੰ ਛੱਡਣਾ ਨਹੀਂ ਹੈ, ਮਾਇਆ ਨੂੰ ਤਿਆਗਣਾ ਨਹੀਂ ਹੈ, ਮਾਇਆ ਦੇ ਵਿੱਚ ਰਹਿੰਦੇ ਹੋਏ ਆਪਣੇ ਆਪ ਨੂੰ, ਸੁਰਤੀ ਨੂੰ ਜੁਦਾ ਰੱਖਣਾ ਮਾਇਆ ਤੋਂ। ਬਸ ਇਹ ਹੈ। ਜਿਵੇਂ ਮੁਰਗਾਬੀ ਔਰ ਕਮਲ ਗੰਦਗੀ 'ਚ ਖੜਦੇ ਆ, ਸਾਰੇ ਸ਼ਹਿਰ ਦਾ ਚਿੱਕੜ ਹੁੰਦਾ ਜਿੱਥੇ, ਉੱਥੇ ਉੱਗੇ ਪਏ ਹੁੰਦੇ, ਉੱਥੇ ਮੁਰਗਾਬੀ ਰਹਿੰਦੀ ਹੈ ਟੋਭੇ 'ਚ, ਲੇਕਿਨ ਆਪਣੇ ਖੰਭਾਂ ਨੂੰ ਭਿੱਜਣ ਨਹੀਂ ਦਿੰਦੀ। ਜਿਹੜਾ ਕਮਲ ਦਾ ਫੁੱਲ ਹੈ ਉੱਪਰ ਰਹਿੰਦਾ, ਚਿੱਕੜ ਤੋਂ ਡੁੱਬਦਾ ਨਹੀਂ। ਔਰ ਉਹਦੇ ਜਿਹੜਾ ਕਮਲ ਦਾ ਫੁੱਲ ਹੈ ਉਹਦੇ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ ਚਰਨ ਕਮਲਾਂ ਦੀ, ਗੁਰੂ ਦੇ ਚਰਨਾਂ ਦੀ, ਪਰਮਾਤਮਾ ਦੇ ਚਰਨਾਂ ਦੀ। ਚਰਨ ਕਮਲ ਇਸੀ ਕਰਕੇ ਕਿਹਾ ਜਾਂਦਾ। ਸੋ ਗੁਰਮਤਿ ਦੇ ਵਿੱਚ ਗੁਰਮਤਿ ਦਾ ਨਜ਼ਰੀਆ ਬਿਲਕੁਲ ਨਿਆਰਾ ਹੈ।
ਨਵੇਕਲਾ, ਇਹਨੂੰ ਸਮਝਣਾ ਹੀ ਬਹੁਤ ਮੁਸ਼ਕਲ। ਅਸੀਂ ਮਾਇਆ ਦੇ ਪ੍ਰਭਾਵ 'ਚ ਹੁੰਦੇ ਹੋ ਜਾਂ ਇੱਧਰ ਜਾਂ ਉੱਧਰ ਹੁੰਦੇ ਹਾਂ, ਐਕਣ ਦੀ ਗੱਲ ਗੁਰਬਾਣੀ 'ਚ ਹੈ ਹੀ ਨਹੀਂ, ਸਮਝਿਆ ਹੀ ਨਹੀਂ ਜਾ ਸਕਦਾ ਗੁਰਮਤਿ ਨੂੰ। ਇਹ ਇਨ ਬਿਟਵੀਨ ਰਸਤਾ ਹੈ, ਜਿਹਦੀ ਵਿਚਾਰ ਬਹੁਤ ਵਾਰ ਇਸ ਗਰੁੱਪ 'ਚ ਹੋਈ ਹੈ। ਕੱਲ੍ਹ ਭਾਈ ਰਣਜੀਤ ਸਿੰਘ ਜੀ ਵੀ ਕਰ ਰਹੇ ਸੀ। ਇਹ ਵਿਚਾਲੇ ਦਾ ਮਾਰਗ ਹੈ, ਨਾ ਉੱਧਰ ਨਾ ਉੱਧਰ। ਸੰਸਾਰ ਸਾਰਾ ਹੀ ਜਾਂ ਇੱਧਰ ਹੈ ਜਾਂ ਉੱਧਰ ਹੈ। ਜਾਂ ਧਾਰਮਿਕ ਬਣੇ ਹੋਏ ਆ, ਉੱਪਰੋਂ ਦਿਖਦੇ ਲਿਬਾਸ ਪਾਏ ਹੋਏ, ਜਾਂ ਫਿਰ ਸ਼ਰਧਾਹੀਣ ਹੈ, ਜਿਹੜੇ ਰੱਬ ਨੂੰ ਮੰਨਦੇ ਹੀ ਨਹੀਂ, ਉਹ ਵੀ ਹੈਗੇ। ਪਰ ਇਹ ਰਸਤਾ ਉਹਨਾਂ ਦੇ ਦੋਹਾਂ ਦੇ ਵਿਚਾਲੇ ਦਾ ਇਨ ਬਿਟਵੀਨ ਮਾਰਗ ਹੈ। ਤੋ ਸਾਧ ਸੰਗਤ ਜੀਓ, ਮਹਾਤਮਾ ਬੁੱਧ ਜੀ ਨੇ ਇੱਕ ਵਾਰ ਇੱਕ ਜਗ੍ਹਾ ਲਿਖਿਆ ਹੈ ਬਈ ਬੰਦੇ ਨੂੰ ਤੁਰਦੇ ਸਮੇਂ 4 ਫੁੱਟ ਤੋਂ ਦੂਰ ਨਹੀਂ ਦੇਖਣਾ ਚਾਹੀਦਾ ਕਦੇ ਵੀ, ਹਮੇਸ਼ਾ 4 ਫੁੱਟ ਤੱਕ ਨਿਗਾਹ ਹੋਣੀ ਚਾਹੀਦੀ ਹੈ। ਇਹਦਾ ਬਹੁਤ ਗਹਿਰਾ ਭਾਵ ਹੈ। ਇਹਦਾ ਮਤਲਬ ਇਹ ਹੈ ਵੀ ਸਾਡੀਆਂ ਜਿਹੜੀਆਂ ਆਸ਼ਾਵਾਂ, ਤ੍ਰਿਸ਼ਨਾਵਾਂ ਹੈ, ਲਾਲਸਾਵਾਂ ਹੈ, ਉਹ ਬਹੁਤ ਦੂਰ ਤੱਕ ਨਹੀਂ ਹੋਣੀਆਂ ਚਾਹੀਦੀਆਂ, ਆਪਣੀ ਲੋੜ ਦੇ ਮੁਤਾਬਕ ਪੂਰਤੀ ਤੱਕ ਹੋਣੀਆਂ ਚਾਹੀਦੀਆਂ। ਗੁਰਬਾਣੀ ਦਾ ਪਵਿੱਤਰ ਵਚਨ ਹੈ, ਆਪਿਓ ਪੀਵੈ ਜੋ ਨਾਨਕਾ ਭ੍ਰਮ ਭ੍ਰਮ ਸਮਾਵੈ, ਸਹਿਜੇ ਸਹਿਜੇ ਮਿਲ ਰਹੇ ਅਮਰਾ ਪਦ ਪਾਵੈ, ਸੋਧਤ 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 ਸੀਜਿਆ। ਹੌਲੀ ਹੌਲੀ ਸਹਿਜ ਦੇ ਨਾਲ ਪ੍ਰਾਪਤੀ ਹੁੰਦੀ ਹੈ ਬ੍ਰਹਮ ਗਿਆਨ ਦੀ। ਜੇ ਇੱਕਦਮ ਅਸੀਂ ਚਾਹੀਏ ਨਾ ਵੀ ਛਾਲ ਮਾਰ ਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਜਾਈਏ, ਡੁੱਬ ਜਾਵਾਂਗੇ ਸਮੁੰਦਰ 'ਚ, ਨਹੀਂ ਪ੍ਰਾਪਤੀ ਹੋਣੀ। ਇਹ ਸਹਿਜ ਦਾ ਮਾਰਗ ਹੈ, ਸਹਿਜ ਦੇ ਨਾਲੇ ਹੋਣਾ ਸਾਰਾ ਕੁਛ, ਆਪਣੇ ਕਰੇ ਤੋਂ ਕੁਛ ਨਹੀਂ ਬਣਨਾ। ਤੋ ਇੱਕ ਜਗ੍ਹਾ ਕੱਲ੍ਹ, ਜੇਕਰ ਸ਼ਾਇਦ ਪਰਸੋਂ ਆਇਆ ਸੀ ਕਿਸੇ ਟਾਈਮ ਵਿਚਾਰ ਵਿੱਚ, ਖਟ ਕਰਮ ਕਰਨੇ, ਜਿਹਨੂੰ ਸਾਡੇ ਸਨਾਤਨੀ ਧਰਮ ਦੇ ਵਿੱਚ ਬੜੇ ਪਵਿੱਤਰ ਮੰਨਿਆ ਜਾਂਦਾ ਹੈ। ਖਟ ਕਰਮ ਕਿਹੜੇ ਕਿਹੜੇ ਸਾਧ ਸੰਗਤ ਜੀਓ? ਵਿੱਦਿਆ ਪੜ੍ਹਨੀ ਪੜ੍ਹਾਉਣੀ, ਜੱਗ ਕਰਨੇ ਕਰਾਉਣੇ। ਇਹ ਹੁਣ ਕਰਮ ਹੈ ਜਿਹੜੇ ਉੱਧਰ ਤਾਂ ਇਹ ਕਬੂਲ ਹੈ, ਪਰ ਗੁਰਮਤਿ ਦਾ ਨਜ਼ਰੀਆ ਇਹਨਾਂ ਤੋਂ ਨਿਵੇਕਲਾ ਹੈ। ਖਟ ਕਰਮਾਂ ਤੇ ਦੁੱਗਣੇ ਪੂਜਾ ਕਰਤਾ ਨਹਾਏ, ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ। ਗੁਰਬਾਣੀ ਦਾ ਤਾਂ ਇਹ ਵੀ ਫਰਮਾਨ ਹੈ ਵੀ ਖਟ ਕਰਮਾਂ ਤੇ ਦੁੱਗਣੇ, ਅਗਰ 12 ਕਰਮ ਵੀ ਕੋਈ ਕਰਦਾ ਹੈ, ਵਿੱਦਿਆ ਪੜ੍ਹਨੀ ਪੜ੍ਹਾਉਣੀ, ਦਾਨ ਦੇਣਾ ਤੇ ਲੈਣਾ, ਯੱਗ ਕਰਨਾ ਤੇ ਕਰਾਉਣਾ, ਇਹ ਤਾਂ ਹੋ ਗਏ 6। ਇਹਨਾਂ ਤੇ 6 ਹੋਰ ਕਿਹੜੇ ਹੈ? ਜਪ, ਤਪ, ਇਸ਼ਨਾਨ, ਤੀਰਥ, ਹਵਨ, ਦੇਵ ਪੂਜਾ। ਇਹ 6 ਹੋਰ ਹੈ, 12 ਬਣ ਗਏ। ਗੁਰੂ ਸਾਹਿਬ ਫਰਮਾਉਂਦੇ ਆ, ਜੇ ਇਹ ਕੁਛ ਕਰਦੇ ਹੋਏ 12 ਕਰਮ ਵੀ ਬੰਦਾ ਕਰਦਾ ਪਰ ਪਾਰ ਬ੍ਰਹਮ ਦਾ ਰੰਗ ਨਹੀਂ ਲੱਗਿਆ ਉਹਨੂੰ, ਤਾਂ ਸਰ ਪਰ ਨਰਕੇ ਜਾਏ, ਬਿਲਕੁਲ ਹੀ ਨਰਕ ਨੂੰ ਜਾਊਗਾ, ਨਿਰਣਾ ਕਰ ਦਿੱਤਾ। ਕਿਉਂਕਿ ਅਲਟੀਮੇਟ ਆਬਜੈਕਟ ਸਾਡਾ ਪਰਮਾਤਮਾ ਨੂੰ ਪਾਉਣਾ, ਉਹਦੇ ਰੰਗ 'ਚ ਰੰਗਣਾ। ਕਰਮ ਧਰਮ ਕਰਦੇ ਰਹੀਏ, ਬੰਧਨ ਬਣ ਜਾਂਦੇ, ਔਰ ਸਾਰਾ ਹੀ ਸੰਸਾਰ ਫਸਿਆ ਵਾ, ਸਿੱਖ ਵੀ ਫਸੇ ਹੋਏ ਨੇ ਕਰਮਾਂ ਧਰਮਾਂ 'ਚ, ਬੰਧਨਾਂ 'ਚ। ਬੰਧਨ ਕਰਮ ਧਰਮ ਹੋ ਗਿਆ, ਸਭ ਬੰਧਨ ਹੈ। ਉਹ ਰਸਤਾ ਹੀ ਹੋਰ ਹੈ, ਉਹਨੂੰ ਸਮਝ ਆ ਜਾਵੇ ਇੰਨੀ ਉਹ ਬਹੁਤ ਬੜੀ ਗੱਲ ਹੈ। ਚੱਲਣਾ ਤਾਂ ਚਲੋ ਉਹਦੀ ਬਖਸ਼ਿਸ਼ ਨਾਲ ਹੈ, ਜੇ ਹੋ ਜਾਏ, ਪਰ ਬਹੁਤ ਮੁਸ਼ਕਲ ਹੈ। ਤੋ ਸਾਧ ਸੰਗਤ ਜੀ, ਉਹ ਇਸੇ ਕਰਕੇ ਇਨ ਬਿਟਵੀਨ ਮਾਰਗ ਹੈ। ਕਰਨਾ ਵੀ ਹੈ, ਨਿਸ਼ਕਰੀਏ ਵੀ ਹੋਣਾ ਹੈ, ਕਰਨਾ ਵੀ ਕੁਛ ਨਹੀਂ ਹੈ। ਦੇਖੋ ਹੁਣ ਸਮਝ ਲਓ ਇਸ ਗੱਲ ਨੂੰ, ਆਪੇ ਸਮਝੋ। ਕੁਛ ਕਰਨਾ ਵੀ ਹੈ, ਕੁਛ ਬਿਲਕੁਲ ਵੀ ਨਹੀਂ ਕਰਨਾ, ਇਨ ਬਿਟਵੀਨ ਮਾਰਗ ਹੈ। ਇਸੇ ਕਰਕੇ ਸਮਝ ਨਹੀਂ ਆਉਂਦੀ ਗੁਰਮਤਿ ਦੀ। ਭੁਲੇਖਾ ਜ਼ਰੂਰ ਪੈਂਦਾ, ਪਿਆ ਹੋਇਆ ਰਹਿੰਦਾ, ਹਰ ਵਕਤ ਰਹਿੰਦਾ। ਤੋ ਸਾਧ ਸੰਗਤ ਜੀ, ਉਹ ਵਿਚਾਰਾਂ ਕਰਦਿਆਂ ਕਈ ਦਫਾ ਬਹੁਤ ਸਾਰੀ ਕੁਛ ਤਰੁੱਟੀਆਂ ਉਕਾਈਆਂ ਰਹਿ ਜਾਂਦੀਆਂ। ਕੋਈ ਗਲਤ ਬਿਆਨੀ ਵੀ ਹੋ ਸਕਦੀ ਹੈ, ਕਿਉਂਕਿ ਸਭ ਨੂੰ ਇੱਕ ਜਿਹੀ ਨਹੀਂ ਰਾਸ ਆਉਂਦੀ। ਕਿਸੇ ਨੂੰ ਕੋਈ ਵਿਚਾਰ ਚੰਗੀ ਲੱਗਦੀ ਹੈ, ਕੋਈ ਕਿਸੇ ਨੂੰ ਨਹੀਂ ਵੀ ਲੱਗ ਸਕਦੀ। ਜਿਹਨੂੰ ਨਹੀਂ ਲੱਗਦੀ ਭਾਈ, ਉਹਨਾਂ ਤੋਂ ਤਾਂ ਫਿਰ ਮਾਫੀ ਮੰਗੀ ਜਾ ਸਕਦੀ ਹੈ, ਹੋਰ ਕਿਆ ਕਰਿਆ ਜਾ ਸਕਦਾ। ਇੱਕ ਗੱਲ ਸਮਾਪਤੀ ਕਰਕੇ, ਇੱਕ ਗੱਲ ਕਹਿ ਕੇ ਸਮਾਪਤੀ ਕਰੀਏ। ਸਾਧ ਸੰਗਤ ਜੀਓ, ਇਹ ਜਿਹੜੇ ਬ੍ਰਹਮ ਗਿਆਨੀ ਹੁੰਦੇ ਆ ਨਾ ਸੰਤ ਲੋਕ, ਸੰਤਾਂ ਤੋਂ ਵੀ ਉੱਪਰਲੀ ਅਵਸਥਾ ਜਿਹੜੀ ਬ੍ਰਹਮ ਗਿਆਨ ਦੀ ਹੁੰਦੀ ਹੈ, ਜਿਹਦੇ 'ਚ ਅਮਰਾ ਪਦ ਬਣ ਜਾਂਦਾ, ਪਰਮ ਪਦ ਬਣ ਜਾਂਦਾ, ਉਹਨਾਂ ਨੂੰ ਵੀ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਅਸੀਂ ਬ੍ਰਹਮ ਗਿਆਨੀ ਹਾਂ। ਦੇਖੋ ਭਾਈ ਮਰਦਾਨਾ ਜੀ ਸਾਰੀ ਉਮਰ ਗੁਰੂ ਨਾਨਕ ਸਾਹਿਬ ਦੇ ਨਾਲ ਰਬਾਬ ਵਜਾਈ ਉਹਨਾਂ ਨੇ। ਇੱਕ ਦਿਨ
ਔਖੇ ਹੋ ਗਏ। ਕਹਿੰਦੇ ਬਾਬਾ ਸਾਰਿਆਂ ਨੂੰ ਤਾਰੀ ਜਾਂਦਾ, ਸਾਰੀ ਦੁਨੀਆ ਨੂੰ, ਮੇਰੇ ਪਰ ਤਾਂ ਕੋਈ ਅਸਰ ਨਹੀਂ ਹੁੰਦਾ, ਮੈਨੂੰ ਤਾਂ ਭੁੱਖ ਵੀ ਮੁੱਕਣੇ ਲੱਗਦੀ ਜਿੱਕਣ ਲੋਕਾਂ ਨੂੰ ਲੱਗਦੀ ਹੈ, ਹੋਰਾਂ ਦਾ ਆਧਾਰ ਕਰੀ ਜਾਂਦਾ, ਮੇਰੇ ਬਾਰੇ ਸੋਚਦਾ ਹੀ ਨਹੀਂ, ਰਬਾਬ ਝਾੜੀ ਪਰ ਰੱਖ ਦਿੱਤੀ, ਮੈਂ ਨਹੀਂ ਵਜਾਉਣੀ ਅੱਜ ਤੇ ਰਬਾਬ। ਗਿਲਾ ਹੁੰਦਾ ਆਪਣੇ ਆਪ। ਗੁਰੂ ਨਾਨਕ ਸਾਹਿਬ ਉਹਨੂੰ ਪਲੋਸਣ ਲੱਗ ਗਏ ਵੀ ਭਾਈ ਮਰਦਾਨਾ ਜੀ ਅੱਜ ਕਿਆ ਮਾਜਰਾ ਹੋ ਗਿਆ, ਕਾਹਤੇ ਇਸ ਤਰ੍ਹਾਂ ਦੀ ਬਾਤਾਂ ਕਰ ਰਹੇ ਹੋ। ਕਹਿੰਦਾ ਬਾਤਾਂ ਸੱਚੀਆਂ, ਤੁਸੀਂ ਮੈਨੂੰ ਤਾਂ ਕੋਈ ਦਿੰਦੇ ਨਹੀਂ ਹੈ, ਲੋਕਾਂ ਨੂੰ ਸਭ ਕੁਝ ਵੰਡੀ ਜਾਂਦੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਮਰਦਾਨਾ ਜੀ ਤੁਹਾਨੂੰ ਪਤਾ ਨਹੀਂ ਹੈ ਆਪਣੀ ਅਵਸਥਾ ਦਾ, ਤੁਹਾਡੇ ਕਰਕੇ ਕੌਡੇ ਰਾਖਸ਼ ਦਾ ਆਧਾਰ ਹੋਇਆ, ਤੁਹਾਡੇ ਕਰਕੇ ਸੱਜਣ ਦਾ ਆਧਾਰ ਹੋਇਆ, ਇਹ ਸਭ ਤੁਹਾਡੀ ਬਰਕਤ ਕਰਕੇ। ਦੇਖੋ ਨਿਰਮਾਣਤਾ, ਫਿਰ ਵੀ ਆਪਣੇ ਬਰਾਬਰ ਦੇ ਨੂੰ ਭਾਈ ਕਹਿ ਕੇ ਉਹਦੀ ਵਡਿਆਈ ਕਰ ਰਹੇ ਬਈ ਤੁਹਾਨੂੰ ਨਹੀਂ ਪਤਾ ਵੀ ਤੁਸੀਂ ਕਿਆ ਚੀਜ਼ ਹੈ, ਅਜੇ ਪਤਾ ਲੱਗ ਜੂਗਾ, ਹੌਲੀ ਹੌਲੀ ਲੱਗੂਗਾ। ਤੋ ਜਦੋਂ ਲੱਗ ਜੂਗਾ ਤੁਹਾਨੂੰ ਫਿਰ ਅਸੀਂ ਉਦੋਂ ਦੱਸ ਦਾਂਗੇ ਵੀ ਤੁਸੀਂ ਜੀ ਆਹ ਕੁਛ ਥੇ, ਉਦੋਂ ਵੀ ਥੇ ਹੁਣ ਵੀ ਹੈ, ਪਰ ਤੁਹਾਨੂੰ ਪਤਾ ਨਹੀਂ ਆਪਣੇ ਆਪ ਦਾ। ਤਾਂ ਚਲੋ ਭਾਈ ਮਰਦਾਨਾ ਜੀ ਨੇ ਚੱਕ ਲਈ ਦੁਬਾਰੇ ਰਬਾਬ। ਫਿਰ ਇੱਕ ਦਿਨ ਵਜਦ ਵਿੱਚ ਆ ਕੇ ਇੱਕ ਸਤਰ ਲਿਖ ਕੇ ਰੱਖ ਦਿੱਤੀ ਪਾਤਸ਼ਾਹ ਦੇ ਅੱਗੇ। ਉਹ 'ਚ ਲਿਖਿਆ, ਗੁਰੂ ਨਾਨਕ ਪਾਤਸ਼ਾਹ ਜੀਓ, ਤੇਰਾ ਮੇਰਾ, ਮੇਰਾ ਤੇਰਾ, ਬਹੁਤਾ ਅੰਤਰ ਨਹੀਂ। ਇਹ ਜਨਮ ਸਾਖੀ ਦੇ ਬੋਲ ਹੈ। ਪਾਤਸ਼ਾਹ ਨੇ ਪੜ੍ਹਿਆ, ਦ੍ਰਿਸ਼ਟੀ ਪਾਈ ਭਾਈ ਮਰਦਾਨਾ ਜੀ ਦੇ ਉੱਪਰ। ਕਹਿੰਦੇ ਮਰਦਾਨਾ ਜੀ ਇੱਕ ਕਲਮ ਦਿਓ ਜਰਾ ਮੈਨੂੰ। ਕਲਮ ਲਈ, ਸ਼ਬਦ ਬਹੁਤਾ ਕੱਢ ਦਿੱਤਾ, ਕਿਆ ਬਚਿਆ ਬਾਕੀ, ਤੇਰਾ ਮੇਰਾ, ਮੇਰਾ ਤੇਰਾ ਅੰਤਰ ਨਹੀਂ। ਇਹ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਕਹਿ ਦਿੱਤਾ। ਜਦ ਕੋਈ ਵੀ ਸਿੱਖ ਗੁਰਸਿੱਖ ਗੁਰੂ ਦੇ ਵਿੱਚ ਲੀਨ ਹੁੰਦਾ ਤਾਂ ਅੰਤਰ ਰਹਿ ਨਹੀਂ ਜਾਂਦਾ। ਸਤਿਗੁਰ ਕੀ ਜਿਸਨੋਂ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਨਾਮਾ। ਤੋ ਫਿਰ ਬਾਲਾ ਮਰਦਾਨਾ ਜੀ ਨੂੰ ਸਮਝ ਆਈ ਬਈ ਪਾਤਸ਼ਾਹ ਤਾਂ ਮੈਨੂੰ ਇੰਨਾ ਪਿਆਰ ਕਰਦੇ ਆ, ਮੈਂ ਤਾਂ ਕਹਿੰਦਾ ਵੀ ਬਹੁਤਾ ਅੰਤਰ ਨਹੀਂ ਹੈ, ਥੋੜ੍ਹਾ ਜਿਹਾ। ਉਹ ਕਹਿੰਦੇ ਹੈ ਹੀ ਨਹੀਂ ਅੰਤਰ, ਮੇਰਾ ਹੀ ਅੰਗ ਹੈ, ਮੇਰਾ ਹੀ ਰੂਪ ਹੈ ਤੂੰ ਮਰਦਾਨਾ ਜੀ। ਚਲੋ ਦੁੱਖ ਦੀ ਗੱਲ, ਫਿਰ ਜਦੋਂ ਭਾਈ ਮਰਦਾਨੇ ਦਾ ਚਲਾਣਾ ਕਰਨ ਦਾ ਸਮਾਂ ਆਇਆ ਨੇੜੇ, ਅਫਗਾਨਿਸਤਾਨ ਦੀ ਕਿਸੇ ਜਗ੍ਹਾ 'ਤੇ, ਉਦੋਂ ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਾ ਜੀ ਸਮਾਂ ਆ ਗਿਆ ਬਈ ਤੁਹਾਡੀ ਕੋਈ ਯਾਦਗਾਰ ਬਣਾ ਦਈਏ ਇੱਥੇ, ਕੋਈ ਸਮਾਧ ਵਗੈਰਾ। ਹੁਣ ਮਰਦਾਨਾ ਜੀ ਬ੍ਰਹਮ ਗਿਆਨ ਦੀ ਅੰਦਰ ਤੇ ਸਮਝ ਆ ਚੁੱਕੀ ਸੀ। ਕਹਿੰਦੇ ਪਾਤਸ਼ਾਹ ਮੈਨੂੰ ਇਹ ਮਿੱਟੀ ਦੀ ਮੜੀ 'ਚੋਂ ਤਾਂ ਕੱਢ ਦਿੱਤਾ, ਹੁਣ ਮੈਨੂੰ ਸਦਾ ਵਾਸਤੇ ਪੱਥਰ ਦੀ ਮੜੀ 'ਚ ਟਿਕਾਉਣਾ ਚਾਹੁੰਦਾ, ਮੈਨੂੰ ਨਹੀਂ ਕਬੂਲ ਹੈ। ਮੈਨੂੰ ਆਪਣੇ ਨਾਲ ਰੱਖ, ਜਿੱਥੇ ਵੀ ਤੂੰ ਜਾਏਗਾ ਮੈਂ ਉੱਥੇ ਹੀ ਜਾਊਂਗਾ। ਤਾਂ ਪਾਤਸ਼ਾਹ ਨੇ ਕਬੂਲ ਕਰ ਲਈ ਗੱਲ, ਕੋਈ ਯਾਦਗਾਰ ਨਹੀਂ ਬਣਾਈ। ਇਸੇ ਕਰਕੇ ਸਾਧ ਸੰਗਤ ਜੀ, ਉਹ ਪਾਤਸ਼ਾਹਾਂ ਦੀਆਂ ਯਾਦਗਾਰਾਂ ਇੱਕਣ ਨਹੀਂ ਬਣਾਈਆਂ ਜਾਂਦੀਆਂ ਜਿੱਕਣ ਲੋਕ ਸਮਾਧਾਂ ਦੇ ਰੂਪ 'ਚ ਬਣਾਉਂਦੇ ਜਾਂ ਕੁਛ ਦਰਗਾਹ ਵਗੈਰਾ ਬਣਾਉਂਦੇ ਨੇ। ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਗੁਰਦੁਆਰਾ ਸਾਹਿਬ ਬਣਾਇਆ ਜਾਂਦਾ, ਗੁਰੂ ਨੂੰ ਬੜਾ ਕਰਿਆ ਜਾਂਦਾ, ਬਾਣੀ ਨੂੰ ਬੜਾ ਕਰਿਆ ਜਾਂਦਾ, ਸਰੀਰ ਨੂੰ ਕਿਤੇ ਬੜਾ ਨਹੀਂ ਕਰਿਆ ਗੁਰਬਾਣੀ 'ਚ। ਕਿਤੇ ਕਿਤੇ ਹੈ ਹੋਇਆ ਇਸ ਤਰ੍ਹਾਂ, ਜਿਵੇਂ ਕਈ ਗੁਰਸਿੱਖਾਂ ਦੀਆਂ ਵੀ ਹੈ ਸਮਾਧਾਂ ਬਣਾਈਆਂ ਹੋਈਆਂ। ਉਹ ਚਲੋ ਸਾਡੀ ਆਪਣਾ ਖਿਆਲ ਹੈ ਬੰਦੇ ਦਾ, ਕਿਉਂਕਿ ਬੰਦਾ ਮਾਇਆ ਨਾਲ ਔਰ ਸੰਸਾਰ ਨਾਲ ਜੁੜਿਆ ਵਾ ਹੁੰਦਾ। ਸਿੱਖ ਵੀ ਤਾਂ ਹੈ ਜੁੜੇ ਹੋਏ। ਬਾਬਾ ਬੁੱਢਣ ਸ਼ਾਹ ਦੀ ਵੀ ਬਣਾਈ ਹੋਈ ਹੈ ਸਮਾਧ, ਹੋਰ ਵੀ ਹੈ ਪੰਜਾਬ ਦੇ ਵਿੱਚ, ਪਰ ਉਹ ਐਕਸੈਪਸ਼ਨਲ ਗੱਲਾਂ। ਗੁਰੂ ਸਾਹਿਬ ਨੇ ਕਿਤੇ ਨਹੀਂ ਕਿਹਾ ਵੀ ਸਾਡੀ ਸਮਾਧ ਬਣਾਇਓ ਜਾਂ ਸਾਡੀ ਕੋਈ ਯਾਦਗਾਰ ਬਣਾਇਓ। ਸਰੀਰ ਦੀ ਕਿਆ ਮਾਨਤਾ, ਜਿਹੜੀ ਚੀਜ਼ ਅੰਦਰ ਸੀਗੀ ਬ੍ਰਹਮ ਗਿਆਨ, ਉਹੀ ਗੁਰੂ ਹੈ, ਨਾਮ ਹੀ ਗੁਰੂ ਹੈ। ਉਹਨੂੰ ਗੁਰੂ ਸਾਹਿਬ ਨੇ ਹਮੇਸ਼ਾ ਹੀ ਬੜਾ ਕਰਿਆ। ਜਗ੍ਹਾ ਜਗ੍ਹਾ ਸਾਰੀ ਦੁਨੀਆ ਦੇ ਵਿੱਚ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਨਾਮ ਦੀ ਉਹ ਬਾਤ ਪਾਈ ਜਾਂਦੀ। ਨਾਮ ਤੋਂ ਬਿਨਾਂ ਦੂਜੀ ਗੱਲ ਨਹੀਂ ਕੋਈ ਹੈ ਸਿੱਖੀ ਦੇ ਵਿੱਚ, ਬਾਣੀ ਇਟਸੈਲਫ ਨਾਮ ਹੈ। ਸੋ ਇਸ ਕਰਕੇ ਕੋਈ ਵਿਅਕਤੀ ਵਿਸ਼ੇਸ਼ ਨੂੰ ਸਰੀਰ ਦੇ ਤੌਰ 'ਤੇ ਬੜਾ ਕਰਨਾ, ਇਹ ਗੁਰਮਤਿ ਵਿੱਚ ਨਹੀਂ ਹੈ। ਕੇਵਲ ਔਰ ਕੇਵਲ ਪਰਮਾਤਮਾ ਨੂੰ, ਗੁਰੂ ਨੂੰ, ਬਾਣੀ ਨੂੰ ਬੜਾ ਕਰਿਆ ਜਾਂਦਾ, ਨਾ ਕਿ ਸਰੀਰ ਨੂੰ ਬੜਾ ਕਰਿਆ ਜਾਂਦਾ। ਸਰੀਰ ਦੀ ਕੋਈ ਅਹਿਮੀਅਤ ਇਸ ਸੰਸਾਰ 'ਚ ਨਹੀਂ ਹੈ। ਹਾਂ, ਜਿੰਨਾ ਚਿਰ ਇਹਦੇ 'ਚ ਸ਼ਬਦ ਰਹਿੰਦਾ, ਨਾਮ ਚੱਲਦਾ, ਉਹ ਸਰੀਰ ਮੁਤਵਰਕ ਔਰ ਪਰਮ ਪਵਿੱਤਰ ਜ਼ਰੂਰ ਹੋ ਜਾਂਦਾ, ਕਿਉਂਕਿ ਸ਼ਬਦ ਕਰਕੇ ਸਰੀਰ ਦੀ ਵਡਿਆਈ। ਜਦੋਂ ਆਪਾਂ ਕਿਸੇ ਦੇ ਚਰਨੀ ਹੱਥ ਲਾਉਂਦੇ, ਕਿਸੇ ਮਹਾਂਪੁਰਸ਼ ਦੇ,
ਉਦੋਂ ਇਹੀ ਸਾਡਾ ਖਿਆਲ ਹੁੰਦਾ ਵੀ ਇਹ ਮਹਾਂਪੁਰਸ਼ ਹੈ, ਪਰ ਉਹ ਮਹਾਂਪੁਰਸ਼ ਕਿਸ ਕਰਕੇ ਹੈ? ਨਾਮ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਨਹੀਂ ਹੈ। ਜਦੋਂ ਭਾਈ ਲਹਿਣਾ ਜੀ ਸਰੀਰ ਵਿੱਚ ਸੀਗੇ, ਜਾਂ ਗੁਰੂ ਅਮਰਦਾਸ ਜੀ ਤਾਂ ਬਾਅਦ 'ਚ ਬਣੇ, ਜਦੋਂ ਭਾਈ ਅਮਰਦਾਸ ਜੀ ਕਹਿ ਲਓ, ਬਾਬਾ ਅਮਰਦਾਸ ਕਹਿ ਲਓ, ਜਦੋਂ ਉਹ ਸਰੀਰ ਵਿੱਚ ਸੀਗੇ, ਉਹਨਾਂ ਦੇ ਗੁਰੂਆਂ ਨੇ ਪੈਰੀਂ ਹੱਥ ਲਾਏ ਉਹਨਾਂ ਦੇ। ਜਦੋਂ ਉਹਨਾਂ ਦੇ ਅੰਦਰ ਬ੍ਰਹਮ ਗਿਆਨ ਪ੍ਰਗਟ ਹੋ ਗਿਆ, ਘਾਲਣਾ ਘਾਲ ਕੇ, ਨਾਮ ਜਪ ਕੇ, ਉਦੋਂ ਚਰਨੀ ਹੱਥ ਲਾ ਕੇ ਉਹਨਾਂ ਨੂੰ ਗੁਰਿਆਈ ਦੇ ਦਿੱਤੀ। ਬਾਬੇ ਲਹਿਣਾ ਨੂੰ ਜਦੋਂ ਗੁਰੂ ਅੰਗਦ ਦੇਵ ਜੀ ਬਣਾਇਆ, ਉਦੋਂ ਚਰਨੀ ਹੱਥ ਲਗਾਇਆ ਗੁਰੂ ਨਾਨਕ ਸਾਹਿਬ ਨੇ। ਇਹ ਵਡਿਆਈ ਨਾਮ ਦੀ ਹੈ, ਨਾਮ ਤੋਂ ਬਿਨਾਂ ਨਹੀਂ ਹੈ। ਔਰ ਇਹ ਵੀ ਸਿੱਖ ਜਗਤ ਨੂੰ ਪਤਾ ਵੀ ਹਿਸਟੋਰੀਕਲੀ 17 ਸਤੰਬਰ 1539 ਨੂੰ, ਡੇਟ ਥੋੜ੍ਹੀ ਬਹੁਤੀ ਕੈਲੰਡਰਾਂ ਕਰਕੇ ਅੱਗੇ ਪਿੱਛੇ ਹੋ ਸਕਦੀ ਹੈ, 17 ਸਤੰਬਰ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਗੁਰਿਆਈ ਬਖਸ਼ ਦਿੱਤੀ, ਭਾਈ ਲਹਿਣੇ ਨੂੰ ਗੁਰੂ ਅੰਗਦ ਬਣਾ ਦਿੱਤੇ। ਉਸ ਤੋਂ ਸਾਧ ਸੰਗਤ ਜੀ, ਉਹ 6 ਦਿਨ ਬਾਅਦ ਤੱਕ ਵੀ ਗੁਰੂ ਨਾਨਕ ਸਾਹਿਬ ਸਰੀਰਕ ਰੂਪ 'ਚ ਰਹੇ ਹੈ। ਹੋਰ ਗੁਰੂ ਸਾਹਿਬਾਨਾਂ ਦਾ ਵੀ ਕਈਆਂ ਦਾ ਹਵਾਲਾ ਆਉਂਦਾ ਵੀ ਗੁਰਿਆਈ ਦੇਣ ਤੋਂ ਬਾਅਦ ਵੀ ਉਹਨਾਂ ਦੀ ਹਯਾਤੀ ਰਹੀ ਹੈ, ਸਰੀਰ ਰਿਹਾ। ਉਹ 6 ਦਿਨ ਵਿੱਚ ਸੰਗਤ ਤਾਂ ਉਸ ਤਰ੍ਹਾਂ ਹੀ ਜਾਂਦੀ ਸੀਗੀ ਗੁਰੂ ਸਮਝ ਕੇ। ਤਾਂ ਗੁਰੂ ਨਾਨਕ ਸਾਹਿਬ ਫਿਰ ਉਹਨਾਂ ਨੂੰ ਇਹ ਗੱਲ ਕਹਿੰਦੇ ਰਹੇ ਵੀ ਦੇਖੋ ਭਾਈ, ਗੁਰਿਆਈ ਚਲੇਗੀ ਹੁਣ ਉੱਧਰ ਖਡੂਰ ਸਾਹਿਬ, ਉੱਥੇ ਚਲੇ ਜਾਓ, ਇਹ ਤਾਂ ਹੁਣ ਸਰੀਰ ਹੈ। ਇਹ ਹੈ ਮਾਨਤਾ, ਜਿਹੜਾ ਸ਼ਬਦ ਦੀ ਮਾਨਤਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਤਾਂ ਹੀ ਤਾਂ ਗੁਰਬਾਣੀ ਸਮਝ ਨਹੀਂ ਆਉਂਦੀ। ਅਸੀਂ ਸਰੀਰ ਨੂੰ ਬੜਾ ਕਰਦੇ ਫਿਰੀ ਜਾਂਦੇ, ਗੱਲ ਅਸਲ 'ਚ ਸ਼ਬਦ ਦੀ ਹੈ, ਵਡਿਆਈ ਦੀ। ਤਾਂ ਚਲੋ ਕਰੀਏ ਸਮਾਪਤੀ, ਦਿਓ ਆਗਿਆ। ਕੋਈ ਅਪਸ਼ਬਦ ਦੀ ਦੁਬਾਰਾ ਤੋਂ ਖਿਮਾ ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।